ਜੇ ਉਹ 68 ਤੀਰਥ ਨਹਾਵੈ, ਜੇ ਉਹ ਦੁਆਦਸ ਸ਼ਿਲਾ ਪੂਜਾਵੈ, ਜੇ ਉਹ 68 ਤੀਰਥ ਨਹਾਵੈ, ਜੇ ਉਹ ਦੁਆਦਸ ਸ਼ਿਲਾ ਪੂਜਾਵੈ, ਜੇ ਉਹ ਕੂਪ ਤਟਾ ਦੇਵਾਵੈ, ਕਰੈ ਨਿੰਦ ਸਭ ਬਿਰਥਾ ਜਾਵੈ, ਸਾਧ ਕਾ ਨਿੰਦਕ ਕੈਸੇ ਤਰੈ, ਸਰ ਪਰ ਜਾਨਹੁ ਨਰਕ ਹੀ ਪਰੈ, ਰਹਾਉ ਜੇ ਉਹ ਗ੍ਰਹਿਣ ਕਰੈ ਕੁਲ ਖੇਤ, ਅਰਪੈ ਨਾਰ ਸ਼ਿੰਗਾਰ ਸਮੇਤ, ਸਗਲੀ ਸਿਮ੍ਰਿਤ ਸ਼੍ਰਵਣੀ ਸੁਨੈ, ਕਰੈ ਨਿੰਦ ਕਵਨ ਨਹੀਂ ਗੁਨੈ, ਜੇ ਉਹ ਅਨਕ ਪ੍ਰਸਾਦ ਕਰਾਵੈ, ਓਮ ਦਾਨ ਸ਼ੋਭਾ ਮੰਡਪ ਪਾਵੈ, ਆਪਣਾ ਬਿਗਾਰ ਬਿਰਾਨਾ ਸਾਂਢੈ, ਕਰੈ ਨਿੰਦ ਬਹੁ ਜੋਨੀ ਹਾਂਡੈ, ਨਿੰਦਾ ਕਹਾ ਕਰੋ ਸੰਸਾਰਾ, ਨਿੰਦਕ ਕਾ ਪ੍ਰਗਟ ਪਾਰਾ, ਨਿੰਦਕ ਸੋਧ ਸਾਧ ਵਿਚਾਰਿਆ, ਕਹੁ ਰਵਿਦਾਸ ਪਾਪੀ ਨਰਕ ਸਿਧਾਰਿਆ, ਨਿੰਦਕ ਸੋਧ ਸਾਧ ਵਿਚਾਰਿਆ, ਕਹੁ ਰਵਿਦਾਸ ਪਾਪੀ ਨਰਕ ਸਿਧਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਛਤਰ ਅਤੇ ਤਖਤ ਦੇ ਮਾਲਕ ਬਾਣੀ ਕੇ ਬੋਹਿਤ
ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਛੇਵੀਂ ਮਹਾਨ ਪਵਿੱਤਰ ਇਤਿਹਾਸਕ ਸਥਾਨ ਤੇ ਬਿਰਾਜਮਾਨ ਯਾਤਰਾ ਕਰ ਰਹੀ ਬਹੁਤ ਹੀ ਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਉਦਮੀ ਬਣਦਿਆਂ ਹੋਇਆਂ ਬਾਕਾਇਦਾ ਸਰਦੀ ਦਾ ਮੁਕਾਬਲਾ ਕਰਦਿਆਂ ਹੋਇਆਂ ਆਪ ਜੀ ਨੇ ਗੁਰੂ ਚਰਨਾਂ ਦੀ ਹਾਜ਼ਰੀ ਲਵਾਈ ਹੈ। ਮਹਾਰਾਜ ਆਪ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਸੇਵਾਵਾਂ ਭੇਟਾਵਾਂ ਆਪਣੇ ਦਰ ਪ੍ਰਵਾਨ ਕਰਨ। ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਆਪਣੇ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ ਬਾਣੀ ਪੜ੍ਹਨ ਸੁਣਨ ਕੰਠ ਕਰਨ ਦਾ ਮਹਾਰਾਜ ਚਾਹ ਬਖਸ਼ਿਸ਼ ਕਰਨ। ਇਸੇ ਹੀ ਪ੍ਰਕਾਰ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਗੁਰੂ ਚਰਨਾਂ ਵਿੱਚ ਜੁੜ ਕੇ ਸਤਿਗੁਰੂ ਜੀ ਦੀ ਮਿਹਰਾਮਤ ਦੇ ਪਾਤਰ ਬਣਦੇ ਰਹੀਏ। ਉਪਰੰਤ ਆਪ ਜੀ ਨੇ ਦਾਸ ਪਾਸੋਂ ਹੁਣੇ ਜੋ ਇੱਕ ਸ਼ਬਦ ਸਰਵਣ ਕੀਤਾ ਹੈ ਇਹ ਭਗਤ ਰਵਿਦਾਸ ਮਹਾਰਾਜ ਜੀ ਦਾ ਗੌਣ ਰਾਗ ਵਿੱਚ ਉਚਾਰਨ ਕੀਤਾ ਹੋਇਆ ਪਵਿੱਤਰ ਸ਼ਬਦ ਹੈ। ਸੰਗਤ ਜੀ ਦਾਸ ਅਕਸਰ ਆਪ ਜੀ ਨੂੰ ਬੇਨਤੀ ਕਰਦਾ ਰਹਿੰਦਾ ਹੈ ਕਿ ਆਉਣ ਵਾਲੀ 16 ਤਰੀਕ ਨੂੰ ਭਗਤ ਰਵਿਦਾਸ ਮਹਾਰਾਜ ਜੀ ਦਾ ਆਗਮਨ ਦਿਵਸ ਹੈ। ਬੜੀ ਮਹਾਨ ਆਤਮਾ ਸੰਗਤ ਜੀ ਇਹ ਬਨਾਰਸ ਵਰਗੇ ਸ਼ਹਿਰ ਵਿੱਚ ਜਨਮ ਹੋਣਾ ਜਿੱਥੇ ਸਨਾਤਨ ਮਤ ਦੇ ਸਭ ਧਨਾੜ ਵਿਦਵਾਨ ਰਹਿੰਦੇ ਨੇ और जिस वेले ये हुक्म सी भी शूद्र बंदा रसना तो राम भी नहीं कह सकता बहुत सारिया बंदिशां वो एक लंबा सिलसिला है और इस तरह के वातावरण में इस तरह के लोगों में अपनी गल रखनी और कमाल तो उदों हो गई जदों तमाम ब्राह्मण डंडे वांगू रविदास जी के सामने लम्मे पै पै के मत्थे टेकन लग पे। कितनी महान आत्मा होगी वो ये तुसी किते ठंडे दिमाग नाल विचार के देखो। सदियां दे लताड़े हुए लोग कुचले हुए लोग जिन्होंने कोई अधिकार नहीं उस भाईचारे विच जन्म लैके और कुचलन वाले जिहड़े ने उन्होंने हथियार नाल नहीं लॉजिक नाल डरा के नहीं एक्सप्लेन करके गल तसल्ली करा के हिरदे जित के उन्होंने मन जित के उन्होंने भगत रविदास जी ने अपने सामने मत्थे टेकन वास्ते मजबूर कर दिता। ये बड़ी महान बात है, बड़ी महान बात है। अब विपर प्रधान करें डंडौत सारे समाज के जिहड़े प्रधान विपर ने करें डंडौत डंडौत डंडे वत लम्मे पै के मत्थे टेकते हैं। क्यों टेकते हैं? तेरे नाम शरणाए रविदास दासा ये वैगुरू ये तेरे नाम की विशेषता है। उन्होंने जप जप के मैं अंदरों मुखलस हो गया तो इन्हों मत्थे टेकन लई मजबूर कर दिता तुसी। ठीक है कि बाबा रविदास जी जिस भाईचारे नाल संबंधित सन उस भाईचारे नाल संबंधित सज्जन मान करन रविदास जी ते पर जे किते करनी भी उन्हां वर्गी कर लैण ते फिर क्या बात है। करनी भी उन्हां वर्गी। संगत जी डॉक्टर के घर बच्चा पैदा होवे बिना पढ़ाई तो डॉक्टर तो नहीं ना बन सकता। पायलट का मुंडा कोर्स करे ही ना तो पायलट तो नहीं ना बन सकता। असी भी बाबा जी के बचनों को पढ़ीए उन्होंने समझिए और उन्होंने अमल में भी लियाउण का यतन करिए फिर साडे नाल भी सब कुछ होगा जो बाबा जी नाल होया। क्यों नहीं होगा? अवश्य होगा। ऐसी महान आत्मा
ਭਗਤ ਰਵਿਦਾਸ ਮਹਾਰਾਜ ਜੀ, ਉਹਨਾਂ ਦਾ 16 ਤਾਰੀਖ ਨੂੰ ਆਗਮਨ ਪੁਰਬ ਆ ਰਿਹਾ। ਸੰਗਤ ਜੀ, ਇਸ ਸਥਾਨ ਤੇ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਸੁਖਵਿੰਦਰ ਸਿੰਘ ਗਿੱਲ, ਸਰਦਾਰ ਤਰਸੇਮ ਸਿੰਘ, ਸਰਦਾਰ ਸ਼ਮਸ਼ੇਰ ਸਿੰਘ ਬਦੇਸਾ, ਨਿਰਮਲ ਸਿੰਘ ਬਦੇਸਾ, ਇਹਨਾਂ ਸਾਰੇ ਵੀਰਾਂ ਦਾ ਇਹ ਸ਼ਲਾਘਾਯੋਗ ਉਦਮ ਹੈ ਕਿ ਇਹਨਾਂ ਨੇ ਦਾਸ ਨੂੰ ਹਦਾਇਤ ਕੀਤੀ ਵੀ ਭਾਈ ਸਾਹਿਬ ਜੀ, ਤੁਸੀਂ ਜਿਹੜੇ ਬਾਬਾ ਜੀ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ, ਉਹਨਾਂ ਦੀ ਵਿਚਾਰ। ਮੈਂ ਤਾਂ ਪਹਿਲਾਂ ਹੀ ਚਾਹੁੰਦਾ ਸਾਂ, ਮੈਂ ਤਾਂ ਇਹ ਵੀ ਚਾਹੁੰਦਾ ਵੀ ਜਿੰਨੇ ਵੀ ਬਾਣੀਕਾਰ ਗੁਰੂ ਗ੍ਰੰਥ ਸਾਹਿਬ 'ਚ ਨੇ, ਉਹਨਾਂ ਸਾਰਿਆਂ ਦੇ ਪ੍ਰਕਾਸ਼ ਦਿਵਸਾਂ ਦੇ ਨੇੜੇ ਉਹਨਾਂ ਦੀ ਬਾਣੀ ਦੀ ਵਿਚਾਰ ਕੀਤੀ ਜਾਏ। ਤੋ ਇਹ ਜੋ ਮੈਂ ਚਾਹੁੰਦਾ ਸਾਂ ਉਹਨਾਂ ਨੇ ਹੁਕਮ ਕਰ ਦਿੱਤਾ, ਮੈਨੂੰ ਬੜੀ ਖੁਸ਼ੀ ਪ੍ਰਾਪਤ ਹੋਈ। ਔਰ ਮੈਂ ਇਹਨੂੰ ਫਾਰਮੈਲਿਟੀ ਵਜੋਂ ਨਹੀਂ ਕਰਦਾ, ਆਨੰਦ ਲੈ ਲੈ ਕੇ ਕਰਨਾ ਵਾ, ਰਸ ਲੈ ਲੈ ਕੇ ਕਰਨਾ ਵਾ। ਤੋ ਆਓ, ਅੱਜ ਬਾਬਾ ਜੀ ਨੇ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕੀਤਾ, ਮੈਂ ਤੁਹਾਡੇ ਚਰਨਾਂ 'ਚ ਅਰਜ਼ ਕਰਾਂ। ਜਿਤਨੇ ਕੁ ਸਰੀਰ ਬੈਠੇ ਹੋ, ਇੱਕੇ ਵਾਰ ਕਹਿਣ ਤੇ ਗੁਰਮੰਤਰ ਉਚਾਰਨ ਕਰੋ ਤੇ ਆਖੋ ਜੀ, ਸਤਨਾਮ ਸ੍ਰੀ। ਸੰਗਤ ਜੀ, ਇਨਸਾਨੀ ਜ਼ਿੰਦਗੀ ਵਿੱਚ ਕਈ ਐਬ ਨੇ, ਕਈ ਨੁਕਸ ਨੇ, ਕਈ ਗੁਨਾਹ ਨੇ। ਇਨਸਾਨ ਦੀ ਫਿਤਰਤ ਹੈ ਕਿ ਅਸੀਂ ਖਤੇ ਬਹੁਤ ਕਮਾਉਂਦੇ, ਗਲਤੀਆਂ ਅਸੀਂ ਬਹੁਤ ਕਰਨੇ ਆ। ਇੱਥੋਂ ਤੱਕ ਕਹਿ ਦਿੱਤਾ ਹੈ ਵੀ ਬੰਦਾ ਤੇ ਮਿੱਟੀ ਦੀ ਕੰਧ ਹੈ, ਤੇ ਮਿੱਟੀ ਨੂੰ ਕੀ ਧੋਵੋਗੇ? ਮਾਟੀ ਕਾ ਕਿਆ ਧੋਪੈ ਸੁਆਮੀ। ਨੁਕਸ ਬੜੇ ਨੇ, ਪਰ ਇੱਕ ਨੁਕਸ ਇਸ ਤਰ੍ਹਾਂ ਦਾ ਹੈ ਜਿਹੜਾ ਬੰਦੇ ਦਾ ਬੇੜਾ ਗਰਕ ਕਰ ਦਿੰਦਾ ਹੈ। ਕਿਹੜਾ? ਨਿੰਦਾ ਦਾ। ਆ ਸਾਰਾ ਸ਼ਬਦ ਨਿੰਦਾ ਦੇ ਦੁਆਲੇ ਪਰਿਕਰਮਾ ਕਰਦਾ ਹੈ। ਰਹਾਉ ਵਾਲੀਆਂ ਪੰਕਤੀਆਂ ਨੇ, ਸਾਧ ਕਾ ਨਿੰਦਕ ਕੈਸੇ ਤਰੈ, ਸਰ ਪਰ ਜਾਨੋ ਨਰਕ ਹੀ ਪਰੈ। ਸਾਧ, ਸੱਸੇ ਕੰਨਾ ਧੱਦਾ ਸਾਧ, ਗੁਰਬਾਣੀ 'ਚ ਗੁਰੂ ਵਾਸਤੇ ਵੀ ਆਇਆ। ਔਰ ਸਾਧ ਕੋਈ ਪੁਰਸ਼ ਭਲਾ ਹੋਵੇ, ਜਾਂ ਕਹੀਏ ਵੀ ਉਹਨੇ ਆਪਣੇ ਇੰਦਰੀਆਂ ਨੂੰ ਸਾਧ ਲਿਆ ਹੋਵੇ। ਮੈਨੂੰ ਖਿਮਾ ਕਰਨਾ, ਗੁਰਬਾਣੀ ਵਿੱਚ ਉਹਨਾਂ ਵਾਸਤੇ ਵੀ ਸਾਧ ਸ਼ਬਦ ਆਇਆ। ਔਰ ਇਹ ਕੋਈ ਜ਼ਰੂਰੀ ਨਹੀਂ ਬਈ ਉਹਨੇ ਲਿਬਾਸ ਹੁਣ ਸਾਡੇ ਵਰਗਿਆਂ ਦੀ ਤੇ ਜੌਬ ਹੈ, ਹੁਣ ਇੱਥੇ ਪੈਂਟ ਸ਼ਰਟ ਪਾ ਕੇ ਆਵੀਏ ਤੇ ਕਮੇਟੀ ਕਹੇਗੀ ਵੀ ਗਿਆਨੀ ਜੀ ਇਹ ਕੀ, ਤੁਸੀਂ ਲੱਗਣੇ ਚਾਹੀਦੇ ਹੋ ਨਾ ਕਥਾਵਾਚਕੋ। ਤੁਸੀਂ ਅੰਦਰ ਵੜੋ ਤੇ ਸੰਗਤ ਵੇਖਿਆ ਕਿ ਬਈ ਆ ਗਿਆ, ਹੁਣ ਕਥਾ ਕਰੇਗਾ, ਇਹ ਬਈ ਗ੍ਰੰਥੀ ਹੈ। ਹੁਣ ਤੇ ਸਾਡਾ ਲਾਣਾ ਵੀ ਲਿਬਾਸ ਪਾਉਣ ਤੋਂ ਵੀ ਥੋੜ੍ਹਾ ਜਿਹਾ ਸੰਗਦਾ ਹੈ ਨਾ, ਇਹਦੇ ਨਾਲ ਅਸੀਂ ਥੋੜ੍ਹਾ ਜਿਹਾ ਸਾਦੇ ਲੱਗਾਂਗੇ, ਪਰ ਇਹਦਾ ਆਪਣਾ ਹੀ ਆਨੰਦ ਹੈ ਬਹਿਣ ਵਿੱਚ, ਉੱਠਣ ਵਿੱਚ। ਔਰ ਕੋਈ, ਮੈਂ ਤਾਂ ਵੇਖਿਆ 25-30 ਸਾਲ ਦੇ ਤਜਰਬੇ 'ਚ, ਕੋਈ ਵੇਖ ਕੇ ਇਸ ਤਰ੍ਹਾਂ ਦੇ ਕੱਪੜੇ ਹੱਥ ਭਾਵੇਂ ਕੋਈ ਜੋੜਦਾ, ਕਿਸੇ ਨੇ ਮਾੜਾ ਤੇ ਅੱਜ ਤੱਕ ਨਹੀਂ ਆਖਿਆ। ਕੋਈ ਇਹ ਅਨੁਮਾਨ ਲਾਏਗਾ ਵੀ ਕਿਸੇ ਗੁਰਦੁਆਰੇ ਸੇਵਾ ਕਰਦਾ ਹੁਣ ਹੱਥ ਜੋੜਦੇ ਤੇ ਮੈਂ ਲੋਕਾਂ ਨੂੰ ਵੇਖਿਆ, ਬੁਰਾ ਮਨਾਉਂਦੇ ਨਹੀਂ ਵੇਖਿਆ। ਇੱਥੋਂ ਤੱਕ ਸੰਗਤ ਜੀ, ਪਲੇਨ ਵਿੱਚ ਨਾ ਕਈ ਵਾਰ ਸਫ਼ਰ ਕਰੀਦਾ ਨਾ, ਸਭ ਤੋਂ ਪਹਿਲਾਂ ਪ੍ਰਸ਼ਾਦਾ ਉਹਨਾਂ ਲੈ ਕੇ ਆਉਣਾ, ਸਭ ਤੋਂ ਪਹਿਲਾਂ। ਕੋਈ ਲਿਖਵਾਇਆ ਥੋੜ੍ਹਾ ਹੁੰਦਾ ਉੱਤੇ, ਉਹ ਕੱਪੜੇ ਵੇਖ ਲੈਂਦੀਆਂ ਨੇ ਬਈ ਇਹ ਨੌਨ ਵੈਜ ਨੇ, ਮਗਰੋਂ ਹੱਥ ਜੂਠੇ ਮਿੱਠੇ ਲੱਗਣਗੇ। ਤੋ ਜਿੰਨੇ ਧਾਰਮਿਕ ਬੰਦੇ ਬੈਠੇ, ਪਹਿਲਾਂ ਉਹਨਾਂ ਨੂੰ ਪ੍ਰਸ਼ਾਦਾ ਛਕਾ ਕੇ ਉਹ ਭਾਂਡੇ ਚੁੱਕ ਕੇ ਫਿਰ ਦੂਜੀ ਜਿਹੜੇ ਦਬੜੂ ਕੁਸੜੂ ਮਹਿਕਮਾ, ਉਹਦੀ ਫਿਰ ਵਾਰੀ ਆ ਜਾਂਦੀ ਹੈ ਵੀ ਚਲੋ ਜੋ ਗੰਦ ਪਿਲ ਖਾਣਾ ਹੁਣ ਖਾਓ। ਸਤਿਕਾਰ ਇਹਦੇ ਵਿੱਚ, ਕੋਈ ਨੁਕਸਾਨ ਨਹੀਂ। ਪਰ ਉਂਝ ਕੋਈ ਜ਼ਰੂਰੀ ਨਹੀਂ ਵੀ ਉਹ ਖੁੱਲੇ ਕੱਪੜੇ ਪਾਏ, ਉਹ ਕੋਈ ਪੈਂਟ ਸ਼ਰਟ ਵਿੱਚ ਵੀ ਹੋ ਸਕਦਾ ਹੈ। ਇਹ ਵੀ ਮੈਂ ਅਰਜ਼ ਕਰ ਦਿਆਂ, ਕਦੀ ਕਦੀ ਲਿਬਾਸ ਡਿਫਰੈਂਟ ਹੁੰਦਾ ਹੈ, ਅੰਦਰੋਂ ਕਰਨੀ ਬੜੀ ਉੱਚੀ। ਕਦੀ ਕਦੀ ਲਿਬਾਸ ਧਾਰਮਿਕ ਹੁੰਦਾ ਹੈ, ਖਿਮਾ ਕਰਨਾ, ਅੰਦਰ ਗੱਲ ਕੋਈ ਵੀ ਨਹੀਂ ਹੁੰਦੀ। ਤੋ ਸਾਧ ਜੇਨ ਆਪਣੇ ਆਪ ਨੂੰ ਸਾਧ ਲਿਆ। ਸੁਣਿਓ, ਸਾਧ ਕਾ ਨਿੰਦਕ ਕੈਸੇ ਤਰੈ, ਸਰ ਪਰ ਜਾਨੋ ਨਰਕ ਹੀ ਪਰੈ। ਸਰ ਪਰ ਸ਼ਬਦ ਹੈ ਨਾ ਜਿਹੜਾ, ਸੱਸਾ ਰਾਰਾ ਪੱਪਾ ਰਾਰਾ, ਉਹਦੇ ਇੱਥੇ ਜਿਹੜੇ ਅਰਥ ਕੀਤੇ ਨੇ ਪ੍ਰੋਫੈਸਰ ਸਾਹਿਬ ਨੇ, ਉਹਨੇ ਜ਼ਰੂਰ, ਉਹ ਜ਼ਰੂਰ ਨਰਕ 'ਚ ਪਏਗਾ। ਭਾਵ
ਉਹ ਜ਼ਰੂਰ ਜੀਵਨ ਦੀਆਂ ਨਿਮਾਣਾਂ ਵਿੱਚ ਡਿੱਗ ਪੈਂਦਾ ਹੈ। ਉਹਦੀ ਬਿਰਤੀ ਢਹਿੰਦੀ ਕਲਾ ਵਿੱਚ ਹੀ ਰਹਿੰਦੀ ਹੈ। ਅਸਲ ਵਿੱਚ ਨਾ ਬੰਦਾ ਨਿੰਦਾ ਕਰਦਾ ਹੀ ਉਦੋਂ ਹੈ ਜਦੋਂ ਅੰਦਰ ਢਹਿੰਦੀ ਕਲਾ ਆ ਜਾਂਦੀ ਹੈ। ਜਦੋਂ ਕੋਈ ਵਿਅਕਤੀ ਕਿਸੇ ਦਾ ਮੁਕਾਬਲਾ ਨਾ ਕਰ ਸਕੇ, ਭੱਜ ਕੇ ਨਾ ਰਲ ਸਕੇ, ਫਿਜ਼ੀਕਲੀ ਕੰਪੀਟੀਸ਼ਨ ਵਿੱਚ ਫੇਲ ਹੋ ਜਾਏ, ਫਿਰ ਉਹ ਰਸਨਾ ਨਾਲ ਥੋੜ੍ਹੀ ਜਿਹੀ ਆਲੋਚਨਾ ਕਰਕੇ ਆਪਣੀ ਤਸੱਲੀ ਕਰ ਲੈਂਦਾ। ਉਹਨੂੰ ਢਾਂਡਸ ਜਿਹਾ ਹੋ ਜਾਂਦਾ ਵੀ ਮੈਂ ਵੀ ਕੁਛ ਹੈਗਾ ਵਾਂ। ਸਿੰਪਲ ਜੀ ਗੱਲ ਇਹ ਹੈ, ਇੱਕ ਪੱਛਮ ਦਾ ਲਿਖਾਰੀ ਲਿਖਦਾ ਹੈ ਅਮਰੀਕਾ ਦਾ, ਉਹ ਕਹਿੰਦਾ ਵੀ ਨਿੰਦਾ ਬੰਦਾ ਉਹਦੀ ਕਰਦਾ ਹੈ ਜਿਹਦੇ ਤੋਂ ਹਾਰ ਜਾਂਦਾ ਹੈ। ਬਸ ਇੰਨੀ ਕੁ ਗੱਲ ਹੈ। ਜਿਹਦੇ ਤੋਂ ਅਸੀਂ ਹਾਰ ਜਾਈਏ ਨਾ, ਜੇ ਅਸੀਂ ਕਿਸੇ ਦੀ ਨਿੰਦਾ ਕਰ ਰਹੇ ਹਾਂ ਨਾ, ਤੇ ਸਮਝੋ ਵੀ ਅਸੀਂ ਉਹਦੇ ਤੋਂ ਹਾਰ ਮੰਨ ਲਈਏ। ਜਿਹਦੇ ਤੋਂ ਅਸੀਂ ਹਾਰ ਜਾਈਏ, ਪੇਸ਼ ਨਾ ਜਾਏ, ਫਿਰ ਉਹਦੀ ਆਲੋਚਨਾ ਕਰਕੇ ਅਸੀਂ ਥੋੜ੍ਹੀ ਜਿਹੀ ਤਸੱਲੀ ਲੈ ਲਈ। ਉਹਦਾ ਕਿੱਡਾ ਵੱਡਾ ਗੁਣ ਹੋਵੇ ਉਹਨੂੰ ਨਜ਼ਰਅੰਦਾਜ਼ ਕਰ ਦੇਣਾ, ਕੋਈ ਛੋਟਾ ਜਿਹਾ ਨੁਕਸ ਹਾਈਲਾਈਟ ਕਰਕੇ ਉਹਨੂੰ ਡੀਗ੍ਰੇਡ ਕਰਨ ਦੀ ਕੋਈ, ਔਰ ਉਹਨੂੰ ਫਰਕ ਉਹ ਨਹੀਂ ਪੈਂਦਾ। ਪਰ ਜਿਹੜਾ ਨਿੰਦਾ ਕਰਦਾ ਹੈ ਨਾ, ਉਹ ਅੰਦਰੇ ਅੰਦਰ ਉਹਦੇ ਟੁੱਟ ਭੱਜ ਹੁੰਦੀ ਹੈ। ਸੋ ਸਾਨੂੰ ਬਾਬਾ ਜੀ ਨੇ ਅੱਜ ਦੇ ਸ਼ਬਦ ਵਿੱਚ ਨਿੰਦਾ ਕਰਨ ਤੋਂ ਵਿਵਰਜਿਤ ਕੀਤਾ ਹੈ। ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਹਿੰਦੇ ਹੁੰਦੇ ਸਨ ਵੀ ਜਦੋਂ ਤੁਹਾਡੀ ਕੋਈ ਤਾਰੀਫ ਕਰੇ ਨਾ, ਉਦੋਂ ਗੱਲ ਨੂੰ ਟੌਪਿਕ ਬਦਲ ਦਿਓ। ਜਥੇਦਾਰ ਸ਼ੇਰ ਸਿੰਘ ਉਹਨਾਂ ਦੇ ਨਜ਼ਦੀਕੀ ਸਨ। ਇੱਕ ਦਿਨ ਉਹ ਕਹਿਣ ਲੱਗੇ, ਬਾਬਾ ਜੀ ਤੁਸੀਂ ਐਡੇ ਵੱਡੇ ਵਿਦਵਾਨ ਹੋ, ਐਡੇ ਵੱਡੇ ਸੂਰਮੇ ਹੋ, ਜਦੋਂ ਕਿਤੇ ਥੋੜ੍ਹੀ ਜਿਹੀ ਟੂਕ ਮਾਤਰ ਤੁਹਾਡੀ ਤਾਰੀਫ ਕਰੀਏ ਤੇ ਤੁਸੀਂ ਵਿਸ਼ਾ ਕਿਉਂ ਬਦਲ ਦਿੰਦੇ ਹੋ? ਤੇ ਪਤਾ ਕੀ ਕਹਿੰਦੇ? ਉਹ ਕਹਿੰਦੇ, ਸ਼ੇਰ ਸਿਆਂ, ਜਦੋਂ ਬੰਦੇ ਨੂੰ ਆਪਣੇ ਕੰਨਾਂ ਨਾਲ ਆਪਣੀ ਤਾਰੀਫ ਸੁਣਨ ਦਾ ਰਸ ਆਉਣ ਲੱਗ ਪਏ ਨਾ, ਉਹਦੀ ਸ਼ਖਸੀਅਤ ਘਟਣੀ ਸ਼ੁਰੂ ਹੋ ਜਾਂਦੀ ਹੈ। ਔਰ ਜੇ ਨਿੰਦਾ ਸੁਣਨ ਦੀ ਹਿੰਮਤ ਪੈਦਾ ਕਰ ਲੈ ਨਾ, ਉਹਦਾ ਵਿਅਕਤੀਤਵ ਪਾਲਿਸ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹਨੂੰ ਸਮਝ ਆ ਜਾਂਦੀ ਮੇਰੇ 'ਚ ਕੀ ਨੁਕਸ ਹੈ। ਮੈਂ ਲੜਨਾ ਨਹੀਂ, ਜੇ ਮੇਰੇ ਵਿੱਚ ਜਿਹੜੇ ਨੁਕਸ ਦੱਸ ਰਿਹਾ ਵਾਕਈ ਹਨ ਤੇ ਮੈਂ ਦੂਰ ਕਰਨੇ ਨੇ, ਤੇ ਜੇ ਖਾਮਖਾ ਕਹਿ ਰਿਹਾ ਤੇ ਉਹ ਜਾਣੇ ਆਪਣਾ ਵਕਤ ਜਾਇਆ ਕਰ ਰਿਹਾ, ਮੇਰਾ ਕੀ ਲੈ ਰਿਹਾ। ਸਾਡੇ ਕੰਨਾਂ ਦੀ ਕੀ ਅਵਸਥਾ ਜੀ? ਆਪਣੀ ਉਸਤਤ ਸੁਣਨੀ ਚਾਹੁੰਦੇ ਆ, ਦੂਜੇ ਦੀ ਨਿੰਦਿਆ, ਆਪਣਿਆਂ ਦੇ ਹਾਸੇ ਤੇ ਵਿਰੋਧੀਆਂ ਦੇ ਰੋਣੇ ਸਾਨੂੰ ਚੰਗੇ ਲੱਗਦੇ ਨੇ। ਉਸਤਤ, ਨਿੰਦਾ, ਕੰਨ ਸੁਣ, ਰੋਵਣ ਤੇ ਹਾਸੇ। ਔਰ ਉਹ ਕਹਿੰਦੇ ਹੁੰਦੇ ਸਨ ਸ਼ੇਰ ਸਿਆਂ, ਮਨੁੱਖ ਆਪਣੀ ਨਿੰਦਾ ਸੁਣਨ ਦੀ ਹਿੰਮਤ ਪੈਦਾ ਕਰ ਲਵੇ, ਫਿਰ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਤੇ ਸੰਗਤ ਜੀ, ਸਮਾਜ ਵਿੱਚ ਤੇ ਇਸ ਤਰ੍ਹਾਂ ਦੇ ਵੀ ਲੋਕ ਤੁਸੀਂ ਵੇਖੇ ਹੋਣਗੇ ਬਈ ਕੋਈ ਸਾਡੀ ਤਾਰੀਫ ਨਹੀਂ ਕਰਦਾ, ਉਹਨੂੰ ਰੋਕਣਾ, ਜੇ ਕੋਈ ਤਾਰੀਫ ਕਰੇ ਟੌਪਿਕ ਬਦਲਣਾ, ਉਹ ਤੇ ਬੜੀ ਦੂਰ ਦੀ ਗੱਲ ਹੈ। ਅਸੀਂ ਤੇ ਰਸ ਲੈ ਲੈ ਕੇ ਸੁਣਨੇ। ਔਰ ਸੁਣੋ, ਕੋਈ ਸਾਡੀ ਨਾ ਉਸਤਤ ਕਰੇ ਨਾ, ਤੇ ਕਈ ਵਾਰਾਂ ਤੇ ਅਸੀਂ ਆਪਣੀ ਉਸਤਤ ਆਪ ਹੀ ਕਰ ਲੈਂਦੇ ਆ। ਆਖੋ ਇੱਕ ਵਾਰੀ ਸਤਨਾਮ ਸ੍ਰੀ, ਆਪ ਹੀ ਉਸਤਤ ਕਰ ਲੈਣੀ। ਚਲੋ ਨਹੀਂ ਤੁਸੀਂ ਕਰਦੇ ਨਾ ਸਹੀ, ਮੈਂ ਆਪ ਹੀ ਕਰ ਲੈਣਾ। ਹਜ਼ੂਰ ਕਹਿੰਦੇ ਨੇ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਕਰਤਾਰ ਮੇਰਾ ਇੰਨਾ ਬੁਰਾ ਹਾਲ ਏ ਬਈ ਮੈਂ ਆਪਣੀ ਸਿਫਤ ਆਪ ਕਰਨਾ ਵਾ। ਇਟ ਮੀਨ ਜੇ ਔਗਣ ਹੈ ਤੇ ਅਸੀਂ ਇਸ ਔਗਣ ਨੂੰ ਔਗਣ ਸਮਝਦੇ ਕੋ ਨਹੀਂ ਗਏ। ਆਪਣੀ ਤਾਰੀਫ ਆਪ ਕੀ ਕਰਨੀ ਹੋਈ। ਗੁਣ ਉਹ ਜਿਹੜਾ ਵਿਰੋਧੀ ਦੇ ਮੂੰਹ ਵਿੱਚੋਂ ਨਿਕਲੇ। ਵਿਰੋਧੀ ਵੀ ਕਹਿ ਉੱਠੇ, ਨਹੀਂ ਬਈ ਜੋ ਮਰਜ਼ੀ ਹੈ, ਪਰ ਆਹ ਗੱਲ ਉਸ ਬੰਦੇ ਵਿੱਚ ਬੜੇ ਕਮਾਲ ਦੀ ਹੈ। ਫਿਰ ਰਸ ਸੁਣਦਾ। ਸਾਧ ਕਾ ਨਿੰਦਕ ਕੈਸੇ ਤਰੈ, ਸਰ ਪਰ ਜਾਨੋ ਨਰਕ ਹੀ ਪਰੈ। ਇੱਕ ਸ਼ਬਦ ਨਿੰਦਾ ਦੇ ਸੰਬੰਧ ਵਿੱਚ ਪੰਜਵੇਂ ਪਾਤਸ਼ਾਹ ਦਾ ਮੈਂ ਆਪ ਜੀ ਦੀ ਨਜ਼ਰ ਕਰਾਂ।
क्योंकि निंदा तो बाबा जी तां रोक रहे ने, कहते ने भी निंदक व्यक्ति जिन्ने मर्जी धार्मिक पक्षों चंगे कर्म कर ले ना संगत जी, कहते ने ਉਹਦੇ व्यर्थ चले जाते हैं। जिवें जे ਉਹ 8-60 तीरथ नावे, निंदा करने वाला बंदा ਉਹ बंदा ਜਿਹੜਾ दूजियां ਦੀ निंदा करता है, जे ਉਹ 8-60 तीरथ नावे, 68 तीर्थां ਦਾ इशनान करे, जे वो द्वादश शिला पूजावे, द्वादश ये संगत जी पूजा करने के कई तरीके ने। साडे गुआढ़ी धर्म दे विच 12 शिवलिंग जिहड़े ने उन्हां दी पूजा हुंदी है। सोमनाथ, बद्री नारायण, केदार, विशेश्वर, रामेश्वर, नागेश्वर, बैजनाथ, भीम शंकर इत्यादि। इस तरह सालग्राम पूजा विष्णु की पूजा। तो भावें इन्ने शिवलिंगां की ते सालग्राम की पूजा बंदा करता होवे, पर जे निंदा करता है तो सब व्यर्थ है। जे वो 8-60 तीरथ नावे, जे वो द्वादश शिला पुजावे, प्लस जे वो कूप तटा देवावे। दानी लोग ना लोगों वास्ते खूह लवा देंदे सन, सरोवर बना देंदे सन, पानी की किल्लत ना रहे। हुण काम तो महंगा सी, खेचल वाला सी, चंगा काम है, माड़ा काम नहीं, पर कहते एडा चंगा काम करके भी जे दूजियां की निंदा की तो ये किया होया सारा काम व्यर्थ है। मैं तो अर्थ कर रहा, बाबा जी ये बचन कर रहे हैं रविदास महाराज जी। जे वो कूप तटा दे वावे, लिखिया करे निंद सब बिरथा जावे, सब बिरथा। एक शब्द बाबा धन गुरु अर्जन साहब का साझा करा। धन गुरु अर्जन साहब सच्चे पातशाह बख्शिश करते हैं ते कहते ने, निंदक ऐसे ही झर परिए, ये निशानी सुनो तुम भाई, जो कालर भीत गिरिए। जो देखे छिद्र तो निंदक उमाहे, भलो देख दुख भरिए। 8 पहर चितवै नहीं पहुँचै, बुरा चितवत चितवत मरिए। निंदक प्रभु भुलाया, काल नेरे आया। हरजन स्यों वाद उठरिए, नानक का राखा आप प्रभ स्वामी, क्या मानस बपुरे करिए। मैं ये अर्थ कर दिया। निंदक बंदा इस तरह घटदा है, इस तरह झड़ जाता है जिवें कलर की कंध। संगत जी कच्चियां कंधां लोकी बनाते होंदे सन मिट्टी दियां, जे ते मिट्टी चीकनी है तो उम्र ज़्यादा हुंदी सी, जे मिट्टी चीकनी नहीं तो उम्र घट जाती सी। ते खुदा ना खास्ता जे मिट्टी कलर वाली जमीन चों पुट के आंदी होवे तो बहुत जल्दी झड़ जाती सी। तुसी हैरान होवोगे, क्योंकि तुहाडे वास्ते थोड़ी जी गल विको लतरी। किवें भी जे असी सूबियां नाल कंपेयर करिए, भावें पंजाब नाल केंद्र ने बहुत वितकरा किया, पंजाब फिर भी संपन्न है। तो पंजाब विचों लुधियाना सब तो संपन्न है। उस शहर दे तुसी तो सोचते होगे भी कि कंध मिट्टी दियां भी कंधां हुंदियां ने। अज भी तुसी अबोहर चले जाओ, अबोहर तो परां नूं थोड़े जे हनुमानगढ़ गंगानगर नूं चले जाओ, तुहानूं कच्चियां कंधां मिलणगीਆਂ, कच्चे घर भी मिलणगे, पशुआं दीयां कच्चियां हवेलियां। और न्याई जमीन के दुआले दुआले ना आवारा पशुआं नूं रोकण लई कच्चियां कंधां जिहड़ियां ने बाउंड्री वाल कीती हुई होगी। जे कलर वाली जमीन चों मिट्टी पुट के कंध कीती है, वो बड़ी जल्दी डिग पैंदी, घिर पैंदी। इसे तरह जिन्हों दूजे की निंदा करने की संगत जी वादी पै जाए ना, वो जिवें कलर की कंध छेती छेती घिर के डिग पैंदी है ना, ਉਹਦਾ आत्मक जीवन बड़ी छेती खत्म हो जाता है, ਉਹਦਾ आत्मक जीवन नहीं बचता। इस वास्ते निंदा करन तो सानू विवर्जित किया गया। निंदक ऐसे ही झर भरिए, ये निशानी सुनो तुम भाई, जो कालर भीत गिरी है। भीत कहते कंध नूं, जिस तरह कलर की कंध डिग पैंदी है। अच्छा, हुण अगली पंक्ति जिहड़ी है
ਨਿੰਦਾ ਔਰ ਨਿੰਦਕ ਦੇ ਸੰਬੰਧ ਵਿੱਚ ਮੈਨੂੰ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਇਸ ਤਰ੍ਹਾਂ ਦੀ ਪੰਕਤੀ ਦੇ ਦਰਸ਼ਨ ਨਹੀਂ ਹੋਏ ਜਿਹੜੀ ਸਾਨੂੰ ਅਵੇਅਰ ਕਰਦੀ ਹੋਵੇ ਵੀ ਲੈ ਵੇਖ ਲੈ ਵੀ ਤੂੰ ਕਿਤੇ ਨਿੰਦਕ ਤੇ ਨਹੀਂ। ਆਪਾਂ ਡਾਕਟਰ ਕੋਲ ਜਾਈਏ ਨਾ, ਉਹਨੇ BP ਚੈੱਕ ਕਰਨਾ ਹੋਵੇ ਤੇ BP ਵਾਲੀ ਮਸ਼ੀਨ ਹੈ, ਆਕਸੀਜਨ ਚੈੱਕ ਕਰਨਾ ਹੋਵੇ ਤੇ ਉਂਗਲੀ ਵਿੱਚ ਉਹ ਉਪਕਰਨ ਆਇਆ ਅੜਾ ਦਿੰਦੇ ਨੇ, ਬੁਖਾਰ ਚੈੱਕ ਕਰਨਾ ਤੇ ਥਰਮਾਮੀਟਰ, ਹੋਰ ਕੁਝ ਆਪਣੇ ਤਜਰਬੇ 'ਚੋਂ ਲੱਭਣਾ ਤੇ ਨਬਜ਼ ਦੇ ਉੱਤੇ ਉਂਗਲੀ ਰੱਖ ਦਿੰਦਾ। ਸੰਗਤ ਜੀ, ਜੇ ਕਿਤੇ ਵੇਖਣਾ ਹੋਵੇ ਨਾ ਵੀ ਕਿਤੇ ਖੁਦਾ ਨਾ ਖਾਸਤਾ ਭੁੱਲ ਭੁਲੇਖੇ ਅਸੀਂ ਨਿੰਦਕਾਂ ਵਾਲੀ ਕਤਾਰ 'ਚ ਤੇ ਨਹੀਂ ਖੜੇ, ਤੇ ਫਿਰ ਪੰਜਵੇਂ ਪਾਤਸ਼ਾਹ ਸਾਨੂੰ ਇੱਕ ਥਰਮਾਮੀਟਰ ਦੇ ਰਹੇ ਨੇ, ਕਹਿੰਦੇ ਇਹਨੂੰ ਲਾ ਕੇ ਵੇਖ ਲਈ, ਇਹ ਤੈਨੂੰ ਦੱਸ ਦੇਗਾ ਬਈ ਤੂੰ ਨਿੰਦਕਾਂ ਵਾਲੀ ਕਤਾਰ ਵਿੱਚ ਹੈ ਕਿ ਨਹੀਂ ਹੈ। ਅਗਲੀ ਪੰਕਤੀ ਕੀ ਹੈ? ਸ਼ੁਰੂਆਤ ਹੁੰਦੀ ਹੈ, ਨਿੰਦਕ ਐਸੇ ਹੀ ਝਰ ਭਰੀਐ, ਇਹ ਨਿਸ਼ਾਨੀ ਸੁਣੋ ਤੁਮ ਭਾਈ ਜਿਉ ਕਾਲਰ ਪੀਤ ਗਿਰੀਐ। ਫਿਰ ਕਹਿੰਦੇ ਨੇ ਜੋ ਦੇਖੈ ਛਿਦਰ ਤੋ ਨਿੰਦਕ ਉਮਾ ਹੈ। ਜਿਹੜਾ ਬੰਦੇ ਨੂੰ ਨਿੰਦਾ ਕਰਨ ਦੀ ਵਾਦੀ ਹੈ ਨਾ, ਉਹ ਕੀ ਹੈ? ਨਿੰਦਕ। ਹੁਣ ਨਿੰਦਕ ਦੀ ਨਿਸ਼ਾਨੀ ਕੀ ਹੈ ਜੀ? ਨਿਸ਼ਾਨੀ ਦੱਸ ਰਹੇ ਨੇ ਮਹਾਰਾਜ, ਕਹਿੰਦੇ ਜੋ ਦੇਖੈ ਛਿਦਰ, ਛਿਦਰ ਹਿੰਦੀ ਦਾ ਸ਼ਬਦ ਹੈ ਛਿਦਰ, ਸਰਾਖ। ਸਰਾਖ ਕਿਹਨੂੰ ਕਹਿੰਦੇ ਹਾਂ ਅਸੀਂ? ਮੋਰੀ ਨੂੰ। ਤੇ ਮੋਰੀ ਤੋਂ ਸੈਂਸ ਹੈ ਕਮਜ਼ੋਰੀ। ਕਿਸੇ ਦੀ ਕਮਜ਼ੋਰੀ ਦਾ ਪਤਾ ਲੱਗ ਜਾਏ ਤੇ ਉਹ ਸੁਣ ਕੇ ਸਾਨੂੰ ਚੰਗਾ ਲੱਗੇ ਨਾ, ਖੁਸ਼ੀ ਹੋਵੇ, ਤੇ ਸਮਝ ਲਓ ਅਸੀਂ ਨਿੰਦਕਾਂ ਵਾਲੀ ਕਤਾਰ ਵਿੱਚ ਖੜੇ ਹਾਂ। ਆਮ ਤੌਰ ਤੇ ਅਸੀਂ ਵੇਖਿਆ, ਇਕਾਗਰਤਾ ਦੀ ਦਾਤ ਬਖਸ਼ੋ ਪਿਆਰਿਓ, ਇੱਕ ਵਾਰੀ ਆਖੋ ਸਤਨਾਮ ਸ੍ਰੀ। ਕਮਜ਼ੋਰੀ ਦਾ ਪਤਾ ਲੱਗ ਜਾਏ, ਕੋਈ ਸਮਾਜਿਕ ਆਗੂ ਹੈ, ਰਾਜਨੀਤਿਕ ਆਗੂ ਹੈ, ਧਾਰਮਿਕ ਆਗੂ ਹੈ, ਉਹਦੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਹੋ ਗਈ ਹੈ, ਉਹਦੇ ਬਾਰੇ ਚਰਚਾ ਹੋ ਗਈ ਹੈ, ਇਹ ਕੌਣ ਹੈ? ਭਾਈ ਇਕਾਗਰਤਾ ਦੀ ਦਾਤ ਬਖਸ਼ਿਸ਼ ਕਰੋ, ਇੱਕ ਵਾਰੀ ਆਖੋ ਸਤਨਾਮ ਸ੍ਰੀ। ਤੋ ਜਿਹੜੇ ਸਾਡੇ ਇੱਥੇ ਦਮਦਮਾ ਸਾਹਿਬ ਦੀ ਸੰਗਤ ਬਾਲਕੋਨੀ 'ਚ ਚਲੀ ਜਾਂਦੀ ਹੈ, ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਅਮਰੀਕਾ ਦਾ ਵੀਜ਼ਾ ਮਿਲ ਗਿਆ ਹੋਵੇ। ਪਿਆਰਿਓ, ਉੱਤੇ ਵੀ ਗੱਲਾਂ ਕਰੀਏ ਤੇ ਥੱਲੇ ਆਵਾਜ਼ ਆਉਂਦੀ ਹੈ, ਇਸ ਵਾਸਤੇ ਕਿਰਪਾ ਸਹਿਯੋਗ ਬਖਸ਼ਿਸ਼ ਕਰਿਆ ਕਰੋ। ਤੋ ਕਿਉਂਕਿ ਇਹ ਨਾ ਬੜਾ ਸੁੰਦਰ ਭਵਨ ਉਹਨਾਂ ਬਣਾਇਆ, ਪਰ ਜਦੋਂ ਇਸ ਤਰ੍ਹਾਂ ਅਸੀਂ ਬੋਲਦੇ ਹਾਂ ਤੇ ਇਹਦੀ ਆਵਾਜ਼ ਥੋੜ੍ਹੀ ਗੂੰਜਦੀ ਹੈ, ਤਾਂ ਡਿਸਟਰਬੈਂਸ ਹੁੰਦੀ ਹੈ। ਹੁਣ ਤੁਸੀਂ ਥੋੜ੍ਹਾ ਜਿਹਾ, ਜਿਤਨੇ ਕੁ ਤੁਸੀਂ ਸਧਾਰਨ ਲੋਕ ਨਹੀਂ, ਨੇਮ ਨਾਲ ਸੰਗਤ ਵਿੱਚ ਆਉਣ ਵਾਲੇ ਲੋਕ ਬੈਠੇ ਹੋ, ਮੈਂ ਥੋੜ੍ਹਾ ਜਿਹਾ 1 ਮਿੰਟ ਤੁਹਾਡਾ ਜ਼ਾਇਆ ਹੋਵੇਗਾ। ਹੁਣ ਤੁਸੀਂ ਦੱਸੋ, ਗ੍ਰੰਥੀਆਂ ਦਾ ਜੀਵਨ ਨਹੀਂ, ਪ੍ਰਚਾਰਕਾਂ ਦਾ ਜੀਵਨ ਨਹੀਂ ਕਿ ਅਸੀਂ ਵੀ ਮਿਸਟੇਕਸ ਕਰਨੇ ਆ? ਇਹ ਟੀਮ ਵਰਕ ਹੈ। ਤੋ ਇਹ ਤੇ ਉਹ ਗੱਲ ਹੈ ਵੀ ਓਲਾ ਹੱਲ ਪੰਜਾਲੀ ਦਾ, ਰਲ ਮਿਲ ਕੇ ਝੁੱਗਾ ਗਾਲੀ ਦਾ। ਗਲਤੀਆਂ ਅਸੀਂ ਵੀ ਕਰਨੇ ਆ। ਕੱਲਾ ਗ੍ਰੰਥੀਆਂ ਪਾਠੀਆਂ ਦਾ ਜੀਵਨ ਕੋ ਨਹੀਂ, ਇਹਨਾਂ ਦਾ ਜੀਵਨ ਨਹੀਂ ਜੀ, ਇਹਨਾਂ ਦਾ ਤਾਂ ਅਸਰ ਨਹੀਂ ਹੁੰਦਾ। ਅਸਰ ਕੀ ਹੋਵੇ ਵੀ ਜੋ ਤੁਸੀਂ ਸੁਣਨਾ ਹੀ ਨਹੀਂ, ਤੁਸੀਂ ਮੁਕਾਬਲੇ ਤੇ ਗੱਲਾਂ ਕਰਦੇ ਹੋ ਵੀ ਅਸੀਂ ਤੇਰੇ ਨਾਲ ਜ਼ਿਆਦੀਆਂ ਜਾਣਦੇ ਆ, ਤੂੰ ਮਾਈਕ 'ਚ ਨਹੀਂ ਉਨੀ ਆਵਾਜ਼ ਕਰ ਸਕਦਾ ਜਿੰਨੀ ਅਸੀਂ ਬਿਨਾਂ ਮਾਈਕ ਤੋਂ ਕਰ ਲੈਂਦੇ, ਤੇ ਫਿਰ ਜੀਵਨ ਕੀ ਕਰੇਗਾ ਜੀ? ਜੀਵਨ ਫੋੜੇ ਤੇ ਲਾਉਣਾ। ਤੋ ਆਤਮ ਮੰਥਨ ਕਰੋ, ਆਪਣਾ ਵੀ ਸੁਧਾਰ ਕਰੋ। ਕੱਲੀ ਪ੍ਰਚਾਰਕਾਂ ਗ੍ਰੰਥੀਆਂ ਦੀ ਨਿੰਦਿਆ ਨਾ ਕਰੀ ਜਾਈਏ ਅਸੀਂ। ਜੋ ਦੇਖੈ ਛਿਦਰ ਤੋਂ ਨਿੰਦਕ ਉਮਾ ਹੈ। ਛਿਦਰ ਕਮਜ਼ੋਰੀ। ਜੇ ਸੰਗਤ ਜੀ ਕਿਸੇ ਦੀ ਕਮਜ਼ੋਰੀ ਦਾ ਪਤਾ ਲੱਗ ਜਾਏ, ਉੱਡਦੀ 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 ਗੱਲ ਸਾਡੇ ਕੰਨਾਂ ਤੱਕ ਵੀ ਆ ਜਾਏ, ਸਾਨੂੰ ਚੜੇ ਚਾਹ, ਤੇ ਸਮਝ ਲਓ ਅਸੀਂ ਨਿੰਦਕਾਂ ਦੀ ਕਤਾਰ 'ਚ। ਅਫਸੋਸ ਹੋਣਾ ਚਾਹੀਦਾ ਵੀ ਹੈ ਉਹ ਤੇ ਬੜਾ ਚੰਗਾ ਬੰਦਾ ਸੀ, ਉਹਦੇ 'ਚ ਇੰਨੀ ਗਿਰਾਵਟ ਆ ਗਈ ਹੈ ਜੀਵਨ ਦੇ ਵਿੱਚ। ਨਹੀਂ ਭਾਈ, ਕੋਈ ਮਾੜਾ ਕਰਮ ਅੱਗੇ ਆ ਗਿਆ ਹੋਵੇਗਾ, ਉਂਝ ਬੰਦਾ ਤੇ ਚੰਗਾ। ਤੇ ਜੇ ਪਤਾ ਲੱਗੇ ਵੀ ਫਲਾਣਾ ਸ਼ਰਾਬੀ ਜਿਹੜਾ ਨਿਤ ਬਾਣੀਆਂ 'ਚ ਡਿੱਗਾ ਹੁੰਦਾ ਸੀ, ਪਤਾ ਲੱਗਾ ਜੀ ਗੁਰੂ ਕੇ ਜਹਾਜ਼ੇ ਚੜ ਗਿਆ, ਅੱਛਾ ਜੀ ਅੰਮ੍ਰਿਤ ਛਕ ਲਿਆ ਉਹਨੇ, ਫਿਰ ਇਹ ਮਾਰੀ ਜਾਂਦਾ ਜਿਉਂਦਾ ਹੀ ਵੀ ਉਹਨੇ ਕਿਵੇਂ ਅੰਮ੍ਰਿਤ ਛਕ ਲਿਆ, ਉਹ ਕਿਵੇਂ ਏਡੇ ਉਚਾਣ 'ਚ ਆ ਗਿਆ। ਇਹ ਹੈ ਨਿੰਦਕ। ਕਿਸੇ ਨੂੰ ਚੜ੍ਹਦੀ ਕਲਾ ਵਿੱਚ ਜਾਂਦਾ ਵੇਖ ਕੇ ਇਹ ਢਹਿੰਦੀ ਕਲਾ 'ਚ ਹੋ ਜਾਂਦਾ ਹੈ,
ਤੇ ਢਹਿੰਦੀ ਕਲਾ ਵਿੱਚ ਜਾਂਦਾ ਵੇਖ ਕੇ ਇਹ ਚੜ੍ਹਦੀ ਕਲਾ 'ਚ ਹੋ ਜਾਂਦਾ। ਇਹ ਨਿੰਦਕ ਦੀ ਨਿਸ਼ਾਨੀ ਹੈ। ਬੰਦਾ ਕੋਲੋਂ ਪੈਸੇ ਖਰਚ ਕੇ ਐਡਵਰਟਾਈਜ਼ਮੈਂਟ ਕਰਦਾ, ਫਲਾਣੇ ਦਾ ਪਤਾ ਲੱਗਾ ਜੇ ਬੇੜਾ ਗਰਕ ਹੋ ਗਿਆ, ਡਿੱਗਾ ਨਾ ਮੁੱਧੜੇ ਮੂੰਹ, ਬੜੀਆਂ ਗੱਲਾਂ ਕਰਦਾ ਹੁੰਦਾ ਸੀ। कैसा निंदक है। जो देखे छिद्र तो निंदक उमा है, भलो देख दुख भरिए आठ पहर चितवै नहीं पहुंचर। सुनो, भले पुरुष की निंदा करके जो इहदा नुकसान ये करना चाहता कर भी नहीं पाता, कर भी नहीं पाता। भले का कुछ नहीं बिगड़ता, निंदा करने वाला ही अपना नुकसान करता है। कली गुरबाणी नहीं संगत जी, सानू गुरबाणी दियां व्याख्या प्रणालियां च भी ना निंदा करन तो विवर्जित किया गया। गुरबाणी दियां व्याख्या प्रणालियां भाई गुरदास गोया, आनंद लाल, जन्म साखियां, श्री गुरु प्रताप सूरज ग्रंथ, दोवें पंथ प्रकार, रहतनामे, रहत विच भी तो सानू मना किया गया ना। खालसा सोए जो निंदा त्यागै, और वेखो रहत की बरकत किन्नी है। महाराज कहते हैं कोई रहत विच रहना शुरू करता है, उहदे वकार थक जाणगे उहदे सामने। इक्को पंक्ति च महाराज 2 बार रहत शब्द वरतते हैं। गुरमुख प्यारे तवज्जो दिया जे बच्चे, सुनियो ध्यान नाल। रहत रहत रह जाए वकारा। एक रहत के अर्थ ने रहत मर्यादा, दूजी रहत के अर्थ ने रहन नाल, रहत विच रहन नाल। फिर दोहरा दियां, रहत रहत रह जाए वकारा। वकार रह जाते हैं। सानू रहतनामिਆਂ 'ਚ भी मना किया निंदा करन तो। और हजूर कहते हैं जिहदी निंदा करता उसका कुछ भी नहीं बिगड़ता, निंदा करने वाला अपना नुकसान करा लेंदा। असल च निंदा तो असीं बाद च करने, पहला अंदर अग बलदी है ईरखा की, मुकाबले की। वो अग फिर जिहड़ी बलदी है निंदा का रूप धारण करके बाहर निकलती है। तुसीं कदी वेख्या भी जिहदे नाल प्यार होवे उहदे च लख नुक्स होण बंदा उहदी निंदा नहीं करता, और जिहदे नाल ना बनदी होवे ना उहदे च मामूली जिहा भी होवे ना, तिनके जिन्ना उहनूं पहाड़ बना के पेश कर देगा। ये मनुख की फितरत है, इहनूं पता नहीं लगता। सुते सुधी ये तो इस तरह होता है। जो देखे छिद्र तो निंदक उमा है, भलो देख दुख भरिए आठ पहर चितवै नहीं पहुंचे। बुरा चितवत चितवत मरिए। वो निंदक बुरा चितव चितव के मरदा कि वो मर जाते हैं? नहीं, आत्मक मौते मरता है, शरीरक मौते नहीं मरता। फिर पता की महाराज कहते, निंदक प्रभु भुलाया काल नेरे आया, हर जन स्यों वाद। जिहड़ा तू रब दे भगतां नाल ही वाद शुरू कर दिता है ना, तेरा काल नेड़े आ गया है। ये निशानी है तेरी। हर जन स्यों वाद उठ रही है, तू हरि दे जना नाल ही वाद विवाद शुरू कर दिता है। नानक का राखा आप प्रभ स्वामी, क्या मानस बपरे करिए। अपने भगतां दा वो आप राखा हुंदा है, मनुख विचारे उहदा की बिगाड़ सकते हैं? कुछ भी नहीं बिगाड़ सकते। इस वास्ते भगत रविदास महाराज कहते ने, जे वो ग्रहण करे कुल खेत। दूजा पदा संगत जी, कुरुक्षेत्र की धरती ते सूरज ग्रहण वाले दिन जाके विशेष किस्म की धार्मिक प्रक्रिया करने का बहुत लाभ दस्या गया। बाबा जी कहते ने, जे निंदक बंदा सूरज ग्रहण वाले दिन कुरुक्षेत्र की धरती ते जाके मिथे हुए खास धार्मिक रस्मां कर भी लवे ते नाल निंदिया भी करे, ते उहदे वो कीते हुए कर्म किसी काम दे नहीं हैं। जे वो के निंदा करने वाला बंदा, जे वो ग्रहण करे कुल खेत, कुलक्षेत्र ते जाके ग्रहण का इशनान करे और अरपै नार श्रृंगार समेत। जे बाणी च ना लिखिया होंदा फिर तो किसी ने मनना ही नहीं सी। संगत जी इस तरह ब्रेन वाश करते सन ब्राह्मण जग्यासू का,
ਬਈ ਉਹਨੂੰ ਕੋਈ ਇੱਧਰ ਉੱਧਰ ਦੀਆਂ ਕਿਤਾਬਾਂ ਵਰ ਕੇ ਚਾਰ ਕੂ ਫੋੜ ਕੇ ਉਹਨੂੰ ਕਹਿਣਾ ਵੀ ਤੇਰਾ ਭਲਾ ਤਾਂ ਹੋਵੇਗਾ ਵੀ ਜਿਹੜੀ ਇਸਤਰੀ ਹੈ ਨਾ ਤੇਰੀ, ਉਹਨੂੰ ਚੰਗੀ ਤਰ੍ਹਾਂ ਸ਼ਿੰਗਾਰ ਕੇ ਗਹਿਣਿਆਂ ਨਾਲ ਲੱਦ ਕੇ ਮੈਨੂੰ ਭੇਟ ਕਰ ਦੇ, ਫਿਰ ਤੇਰਾ ਭਲਾ ਹੋਵੇਗਾ, ਨਹੀਂ ਤੇ ਭਲਾ ਨਹੀਂ ਹੋਵੇਗਾ। ਇੱਥੋਂ ਤੱਕ ਭੋਲਾਪਣ ਸੀ, ਲੋਕ ਕਰਦੇ ਸਨ। ਇਸ ਤਰ੍ਹਾਂ ਦਾ ਕੋਈ ਧਰਮ ਨਹੀਂ ਗਾ। ਔਰ ਇਹਨਾਂ ਨੇ ਉੱਥੇ ਇੱਕ ਆਰਾ ਰੱਖਿਆ ਹੋਇਆ ਸੀ ਬਨਾਰਸ ਵਿੱਚ। ਫਿਰ ਕਹਿੰਦੇ ਜਿਹੜਾ ਇਸ ਆਰੇ ਨਾਲ ਆਪਣੇ ਆਪ ਨੂੰ ਚਿਰਵਾ ਲਏਗਾ ਉਹਨੂੰ ਬਕੁੰਠ ਮਿਲੇਗਾ। ਪਤਾ ਕੀ ਫਿਲਾਸਫੀ ਸੀ? ਬਈ ਕਿਤੇ ਨਾ ਕਿਤੇ ਦਾ ਦਿਮਾਗ ਘੁੰਮ ਜਾਏ ਵੀ ਮੇਰੀ ਇਸਤਰੀ ਵਾਪਸ ਕਰ, ਮੇਰੇ ਗਹਿਣੇ ਵਾਪਸ ਕਰ, ਮੈਨੂੰ ਤੂੰ ਲੁੱਟ ਲਿਆ। ਆਰੇ ਥੱਲੇ ਚੀਰ ਕੇ ਇਹਨੂੰ ਮਾਰ ਦਿਓ, ਨਾ ਰਹੇਗਾ ਬਾਂਸ ਨਾ ਬਜੇਗੀ ਬਾਂਸੁਰੀ। ਇਹਨੇ ਚਲਾਕ ਸਨ। ਸਿਰ ਕਰਵੱਤ ਧਰਾਏ, ਆਉਂਦਾ ਨਾ ਜ਼ਿਕਰ, ਲੋਕੀ ਬਨਾਰਸ ਜਾ ਕੇ ਸਿਰ ਤੇ ਆਰਾ ਧਰਵਾ ਕੇ ਆਪਣੇ ਆਪ ਨੂੰ ਚਿਰਵਾ ਲੈਂਦੇ ਸਨ। ਇੱਥੋਂ ਤੱਕ ਅਗਿਆਨਤਾ ਸੀ ਸਾਧ ਸੰਗਤ ਜੀ। ਪ੍ਰਭੂ ਦੀ ਪ੍ਰਾਪਤੀ ਜੀਂਦੇ ਮਨੁੱਖ ਨੇ ਕਰਨੀ ਹੈ, ਮਰਿਆ ਹੋਇਆ ਕਿਵੇਂ ਕਰ ਲਏਗਾ? ਲਾਸ਼ ਕਿਵੇਂ ਪ੍ਰਾਪਤੀ ਕਰ ਲਏਗੀ? ਜੀਂਦੇ ਜੀ ਚੌਂਕੜੀ ਮਾਰ ਕੇ ਨਾਮ ਜਪਣਾ ਹੈ, ਬਾਣੀ ਪੜ੍ਹਨੀ ਹੈ, ਸੇਵਾ ਕਰਨੀ ਹੈ, ਪ੍ਰਭੂ ਪ੍ਰਾਪਤ ਹੋਵੇਗਾ। ਤੇ ਜੇ ਮਾਰੀ ਗਏ ਤੇ ਪ੍ਰਾਪਤ ਕੌਣ ਕਰੇਗਾ? ਭਈ ਪ੍ਰਾਪਤ ਮਨੁੱਖ ਦੇ ਉਰੀਆ ਗੋਬਿੰਦ ਮਿਲਣ ਕੀ। ਪਰ ਅਗਿਆਨਤਾ ਵਸ ਲੋਕੀ ਇਹ ਕਰਦੇ ਸਨ। ਜੇ ਉਹ ਗ੍ਰਹਿਣ ਕਰੇ ਕੁਲ ਖੇਤ ਅਰਪੈ ਨਾਰ, ਔਰ ਲੋਕੀ ਅਰਪਣ ਕਰ ਦਿੰਦੇ ਸਨ। ਮੈਨੂੰ ਖਿਮਾ ਕਰ ਦੇਣਾ, ਸਾਡੇ ਇੱਥੇ ਸਮਾਜ ਵਿੱਚ ਕਿਉਂਕਿ ਬਹੁਤ ਖੁੱਲ੍ਹ ਕੇ ਗੱਲ ਨਹੀਂ ਹੁੰਦੀ, ਬੇਟੀਆਂ ਵੀ ਬੈਠੀਆਂ ਹੁੰਦੀਆਂ ਨੇ, ਭੈਣਾਂ ਮਾਤਾਵਾਂ ਵੀ, ਪਰ ਮੈਂ ਟੂਕ ਮਾਤਰ ਗੱਲ ਕਰਾਂ। ਜਦੋਂ ਕੋਈ ਵਸਤੂ ਪ੍ਰਾਪਤ ਹੋ ਜਾਏ ਨਾ, ਫਿਰ ਉਹਦੀ ਖਿੱਚ ਖਤਮ ਹੋ ਜਾਂਦੀ ਹੈ। ਔਰ ਫਿਰ ਉਹਨਾਂ ਜਿਹੜੀਆਂ ਅਰਪਣ ਕੀਤੀਆਂ ਹੋਈਆਂ ਇਸਤਰੀਆਂ ਸਨ, ਉਹਨਾਂ ਨੂੰ ਕੋਈ 10-20 ਦਿਨ, ਮਹੀਨਾ, 2 ਮਹੀਨੇ, ਸਾਲ, 2 ਸਾਲ ਬਾਅਦ ਤਰਕ ਕਰ ਦੇਣਾ। ਹੁਣ ਉਹ ਕਿੱਥੇ ਜਾਣ? ਪਤਾ ਕੀ ਹੁੰਦਾ ਸੀ ਫਿਰ? ਉਹਨਾਂ ਨੂੰ ਫਿਰ ਕਹਿੰਦੇ ਸਨ ਦੇਵਦਾਸੀਆਂ ਨੇ। ਦੇਵਦਾਸੀਆਂ, ਤੁਸੀਂ ਹੁਣ ਇੱਥੇ ਮੰਦਿਰ ਵਿੱਚ ਰਹਿ ਕੇ ਸੇਵਾ ਕਰੋ। ਔਰ ਭਰੇ ਹੋਏ ਸਨ ਮੰਦਿਰ ਦੇਵਦਾਸੀਆਂ। ਇੰਨੀ ਅਗਿਆਨਤਾ ਸੀ। ਸਗਲੀ ਸਿਮਰਤ ਸ਼ਰਵਣੀ ਸੁਣੈ। ਜਿਸ ਤਰ੍ਹਾਂ ਸੰਗਤ ਜੀ ਆਪਣੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਭਾਈ ਗੁਰਦਾਸ ਗੋਇਆ ਜੀ ਦੀ ਬਹੁਤ ਗ੍ਰੰਥ ਨੇ, ਇਸ ਤਰ੍ਹਾਂ ਗੁਆਂਢੀ ਧਰਮ 'ਚ ਪੁਰਾਣ ਵੀ ਨੇ, ਸਿਮਰਤੀਆਂ ਵੀ ਨੇ। ਕੁਝ ਵਿਦਵਾਨ 27 ਸਿਮਰਤੀਆਂ ਦੱਸਦੇ ਨੇ, ਕੁਝ ਵਿਦਵਾਨ 31 ਸਿਮਰਤੀਆਂ ਵੀ ਦੱਸਦੇ ਨੇ। ਕੋਈ ਬੰਦਾ ਸਾਰੀਆਂ ਸਿਮਰਤੀਆਂ ਦਾ ਪਾਠ ਕੰਨਾਂ ਨਾਲ ਸੁਣੇ, ਉਹਨੂੰ ਮਨੂ ਸਿਮਰਤੀ ਕਹਿੰਦੇ ਨੇ। ਇੰਨਾ ਕੁਛ ਕਰ ਲਿਆ, ਸਿਮਰਤੀਆਂ ਵੀ ਸੁਣ ਲਈਆਂ, ਔਰ ਇਸਤਰੀ ਵੀ ਅਰਪਣ ਕਰ ਦਿੱਤੀ, ਕਲਸ਼ੇਤਰ ਜਾ ਕੇ ਸੂਰਜ ਗ੍ਰਹਿਣ ਵਾਲੇ ਦਿਨ ਇਸ਼ਨਾਨ ਵੀ ਕਰ ਲਿਆ। ਪਰ ਕਰੈ ਨਿੰਦ ਕਵਨੈ ਨਹੀਂ ਗੁਣੈ। ਜੇ ਲੋਕਾਂ ਦੀ ਨਿੰਦਿਆ ਕਰਦਾ ਤੇ ਕਲਸ਼ੇਤਰ, ਕੁਰੂਕਸ਼ੇਤਰ, ਇਹ ਸੂਰਜ ਗ੍ਰਹਿਣ ਵਾਲੇ ਦਿਨ ਕੀਤਾ ਹੋਇਆ ਇਸ਼ਨਾਨ ਵੀ ਵਿਅਰਥ, ਭੇਟਾ ਕੀਤੀ ਹੋਈ ਇਸਤਰੀ ਵੀ ਵਿਅਰਥ, ਔਰ ਸੁਣੀਆਂ ਹੋਈਆਂ ਸਿਮਰਤੀਆਂ ਵੀ ਵਿਅਰਥ, ਕਿਸੇ ਕੰਮ ਦੀਆਂ ਨਹੀਂ। ਕਰੈ ਨਿੰਦ ਕਵਨੈ ਨਹੀਂ ਗੁਣੈ। ਜੇ ਉਹ ਨਿੰਦਿਆ ਕਰਦਾ ਤੇ ਕਿਸੇ ਲੇਖੇ ਨਹੀਂ। ਨਿੰਦਕ ਆਪਣਾ ਸਭ ਕੁਝ ਵਿਗਾੜ ਲੈਂਦਾ, ਔਰ ਜਿਹਦੀ ਨਿੰਦਾ ਕਰਦਾ ਹੈ ਨਾ, ਉਹਦਾ ਕੁਝ ਵੀ ਨਹੀਂ ਵਿਗੜਦਾ। ਤਾਂ ਕਬੀਰ ਸਾਹਿਬ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ। ਨਿੰਦੋ ਨਿੰਦੋ ਮੋਕੋ ਲੋਗ ਨਿੰਦੋ। ਕਰੋ ਨਿੰਦਿਆ ਜਿੰਨੀ ਕਰਨੀ। ਕਹਿੰਦੇ ਤੁਸੀਂ ਕਿਉਂ ਇਦਾਂ ਕਹਿੰਦੇ ਹੋ? ਕਹਿੰਦੇ ਨਿੰਦਾ ਜਨ ਕੋ ਖਰੀ ਪਿਆਰੀ। ਮੈਨੂੰ ਬੜੀ ਪਿਆਰੀ ਲੱਗਦੀ ਹੈ ਨਿੰਦਾ, ਅਸੀਂ ਡਾਂਗ ਕੱਢ ਲਿਆਉਂਦੇ ਹਾਂ। ਵੇਖੋ, ਜਦੋਂ ਨਿੰਦਾ ਸੁਣਨ ਦੀ ਅੰਦਰ ਹਿੰਮਤ ਪੈਦਾ ਹੋ ਗਈ, ਉਦੋਂ ਤੁਹਾਡੀ ਸ਼ਖਸੀਅਤ ਪਾਲਿਸ਼ ਹੋਣੀ ਸ਼ੁਰੂ ਹੋ ਜਾਏਗੀ। ਕੰਨ ਤਰਸਦੇ ਨੇ ਉਸਤਤ ਸੁਣਨ ਵਾਸਤੇ। ਕਿਤੇ ਕੰਨਾਂ ਨੂੰ ਨਿੰਦਾ ਸੁਣਨ ਦੀ ਹਿੰਮਤ ਪੈਦਾ ਹੋ ਜਾਏ, ਔਰ ਫਿਰ ਮਨੁੱਖ ਆਤਮ ਮੰਥਨ ਕਰੇ ਬਈ ਇਹ ਬੰਦਾ ਮੇਰੇ ਬਾਰੇ ਜੋ ਕਹਿ ਰਿਹਾ ਉਹ ਸੱਚ ਹੈ। ਹਾਂ ਸੱਚ ਹੈ, ਆਤਮਾ ਕਵੇ ਸੱਚ ਹੈ, ਤਾਂ ਕਵੇ ਫਿਰ ਮੈਂ ਨੁਕਸ ਦੂਰ ਕਰਨਾ, ਇਹਨੂੰ ਛੱਡਣਾ ਨਹੀਂ ਮੈਂ। ਤੇ ਜੇ ਜੋ ਇਹ ਕਹਿ ਰਿਹਾ ਮੇਰੇ 'ਚੋਂ ਨੁਕਸ ਨਹੀਂ, ਆਪਣਾ ਵਕਤ ਜ਼ਾਇਆ ਕਰ ਰਿਹਾ,
अपनी एनर्जी जाया कर रहा, मेरा की लेंदा, कहण दे, मूँह का कहा वाओ, मैनू मेरा की जाता। पर यह गल कहनी बड़ी आसान है, इंप्लीमेंट करनी नामुमकिन नहीं, पर थोड़ी टफ है। सिख में इन्नी हिम्मत होनी चाहिए बई उन्होंने निंदा सुनती भी वो अंदर हिम्मत होवे, कह तू की कहना, पा मेरी झोली च जो पाना है, कर निंदा जिन्नी करनी है। मैं निंदा सुन सुन के इत्थों तक पहुंचया वा, कर तू होर किन्नी करनी है। निंदो निंदो मोको लोग निंदो, निंदा जन को खरी प्यारी। सुनो, निंदा बाप, हा कैसे बचन ने। पुत्र बारे मां नूं किसी ने कहा तेरा मुंडा गलत लोगों की संगत च बहिंदा है। मां ने पुत्र नूं प्रशादा छकाया, सिर पलोसिया, पुत्र एक गल आखा, गुस्सा तो नहीं करेगा? नहीं मम्मी मैं गुस्सा नहीं करता, तू आख। पुत्र मैं सुनिया है तू जिन्होंने लोगों को बहना है ना वो ठीक नहीं गए। हुण तुसी दसो, मां ने बच्चे की निंदा करके उसका भला किया कि बुरा किया? संगत जी तुसी सारे कहोगे भला किया। निंदक भी साडा भला ही करता है ना, वो कोई तनख्वाह लै, ना कोई ड्रैस लै, ना कोई खाना डिनर लंच ब्रेकफास्ट मंगे, ना कॉफ़ी मंगे, ना चाह मंगे, ना शूज मंगे, ना शौक्स मंगे, और फ्री दी नौकरी करे। तेरी पग दा लड़ ठीक नहीं, मैं कर लेना जी ठीक। कोई व्यक्ति साडा नुक्स सानू दसे, संगत जी शीशे घरां च लिया के टांगने काहदे लई? वो सानू दस सके भी तुहाडी पग ठीक नहीं, दाड़ा थोड़ा होर ब्रश मार लो। तो जिहड़ा बंदा तुरदा फिरदा शीशा है, साडे नुक्स दसदा है, सानू उहदा धन्नवाद करना चाहिए, लड़ना थोड़ा चाहिए, गुस्सा थोड़ा करना चाहिए। पर असीं लड़ पैंदे हां, असीं गुस्सा करने हां। संगत में जिन्ना कुछ चिर विचार हुंदी, गल समझ आउंदी है, बाहर निकलदिआं सार सारा कुछ ही भुल जाता है, करन वाले नूं भी भुल जाता है किवें करना, और टाविआं नूं छड्ड के सुनन वालिआं नूं भी भुल जाता है, अग बबूले हो जाते हैं। नहीं, निंदा सुन की हिम्मत पैदा करिए अंदर। निंदा साडी मां है, निंदा साडा प्यो है। जिस तरह मां प्यो परवरिश करता है, हुण बच्चा पढ़ता नहीं, प्यो कहता पढ़ लै, मैनूं खिमा करना, साडे समाज में तो रब बोली वरती जाती है, कंजरा पढ़ लै भुखा मरेगा। हुण उहदी बोली खरवी है, शब्द खरवे ने, पर उहदी नीयत तो माड़ी नहीं ना। वो नलैका पढ़ लै, तो जिहड़ा नहीं पढ़ता वो नलैक ही है ना, उन्हें गलत की कर दिता। वो नलैका हर वेले सुता ही ना रहा कर, तो जिहड़ा सुता ही रहिंदा उन्होंने ये कहना भी तू सुता ही रहना, गलत की है? कदी सौ के कोई अमर होया? ठीक है 4 घंटे 5 घंटे 6 घंटे हद 8 घंटे सानू हुक्म है, थोड़ा समय थोड़ा ही खाए, सुते ही रहना भी तू कुंभ करन दे, सौ के कदी कोई अमर होया? उठ फरीदा पूजू साज सुबह नवाज गुजार, भाई उठ। कदी कदी झिड़क मार के भी कहते हैं एक दिन सोवन होए गो लांबे गोड़, एक दिन परमानेंट ही सौ जाएगा, हुण ते जा। निंदा साडी मां प्यो है, निंदा बाप, निंदा महतारी। निंदो निंदो मोको लोग निंदो, निंदा जन को खरी प्यारी, निंदा बाप निंदा महतारी। निंदा होए तां बैकुंठ जाइए, जे निंदा होए असीं सुधार कर लैंदे हां, असीं सुधर जाते हैं, फलस्वरूप असीं बैकुंठ चले जाते हैं। नाम पदार्थ मनै बसाई, निंदा सुन सुन के सुधार कर करके अंदर नाम वस जाता है। हृदय शुद्ध जो निंदा होए, हमरे कपड़े निंदक धोए। फ्री का धोबी मिलिया होया, क्यों ये लड़ना, गुस्सा काहदा करना? कर निंदा तू जिन्नी करनी है। निंदा हमरी प्रेम प्यार, निंदा हमरा करे उधार, जन कबीर को निंदा सार। इतों तक कहते ने निंदक सो जो निंदा हो रहा है,
देखो समझिया जी, एक का नाम ए है, एक का नाम बी है, एक का नाम सी है। ध्यान दिया जी, तीन पात्र ने। ए जिहड़ा है वो बी की निंदा करता है, ए बी की निंदा करता है, और जिहड़ा सी है ना वो ए नूं मना करता भी तू बी की निंदा क्यों करना। ते बी पता किहदा गुस्सा करता है, ए का गुस्सा नहीं करता, सी का गुस्सा करता। वो कहता तू इनू क्यों मना करना, ये चंगा करता, मेरी निंदा करके मैनू मौका देंदा सुधार करन दा, मैनू अपनियां गलतियां का एहसास हुंदा। असीं किहदे ते गुस्सा करने आ, ए ते। कबीर साहब किहदे ते करदे ने, सी ते। बस इन्ना को फर्क है। निंदक सो जो निंदा हो रहा है, हमारा जीवन निंदक मेरा जीवन उच्चा ले जाना चाहता है, मेरा सुधार करना चाहता है, मेरी चढ़ती कला वेखनी चाहता है। इसलिए भाई ये बड़ी बहादुरी है, बड़ा सूरमा बंदा होंदा है जिन्हों अपनी आलोचना सुनने का सुभाव बन जाए, नेचर बन जाए, हिम्मत पैदा हो जाए। दस मेरे नुक्स मैं निठ के सुनांगा, और गल तो अगले के मूँह च हुंदी है तो असीं कालर पकड़ लेने भी मैनू गल करके हुण तू जाएगा कित्थे, जान नहीं देना तेनू मैं। सो सानू मना किया महाराज ने निंदा करन तो। रविदास महाराज कहते ने जे वो अनक प्रसाद करावे, कड़ा प्रसाद 101 रुपये का कराइए ना, थाल लैके आवीए, अंदर वड़न लग्या मैं वेख्या प्रेमी एक दूजे वाल झाकते ने, डूने च तो सारे ही लियाते, मैं तो थाल च लिया, हंकार हो जाता ना। एक प्रसाद नहीं अनेकों ही प्रसाद बंदा कराए, यदा गुस्सा ना कर लियो, ये भी सुधार वास्ते मैं बेनती करना। तीर्थ बरत अर दान कर मन में तरै। मैं एक दिन इत्थे कथा करता हाँ पिया, कोई मत्था टेकन आया, वो उस पासे अपने नाल वाले इदा इदा उंगलां करे, मैं अंदाजा ला लिया भी जां तेने सैट चाढ़िया जां कोई छब्बा चाढ़िया। ये दसदा पिया भी एवें ही ना मैनू समझ छड्डी, मैं भी बड़ा वड्डा दानी हाँ। दान करना बड़ी वड्डी गल है, पर दान करके हंकार जदों करने आ वो सूपड़ा साफ हो जाता है। सज्जा हथ दए खब्बे नूं पता नहीं लगना चाहिए। जिहड़ा बीज जमीन च डिग पे ना, ਉਹਦੇ ਉੱਪਰ भी मिट्टी थले भी मिट्टी, पूर्व पश्चिम उत्तर दक्षिण मिट्टी तां उगदा, थोड़ा जिहा भी नंगा रह जाए उगदा को नहीं जिओ। ये दान नंगा नहीं होना चाहिए, ये जिन्ना गुप्त होवे उन्ना चंगा है। वो फलीभूत हुंदा है, जदों प्रचार हो जाए फिर वो फलीभूत नहीं हुंदा। जे वो अनक प्रसाद करावे भूम दान शोभा मंडप पावे। हरेक किस्म के प्रसाद चढ़ांदा होवे पर निंदिया भी करे, प्रसाद कराया व्यर्थ। इतों तक संगत जी जमीन ते नहीं ना दान की जाती, बड़ी मुश्किल नाल खरीदी जाती है, पर जमीन भी कोई दान करता है। बाबा रविदास जी कहते हैं भूम दान शोभा मंडप पावे। वो बंदा अपनी जमीन भी दान करता है, और कई किस्म के प्रसाद जिहड़े ने वो लिया के चढ़ावे। तो जे वो निंदा करता है तो फिर वह सब कुछ व्यर्थ है। जमीन का दान करके वो जगत में शोभा खट लै, अपना बिगाड़ बिराना, अपना काम खराब करके विगाड़ के दूजियां दे काम सवारे। चंगी गल है, ये माड़ी गल नहीं, बड़ी चंगी गल है। पर जे निंदा करता फिर ਇਹਦਾ भी कोई लाभ नहीं कर। अपना बिगाड़ बिराना संड है, लिखा करे निंद बहु जोनी हंड है। जे निंदा करता है तो फिर भाई ये किया होया भी व्यर्थ। इस करके निंदा ना करो। अखीर की कहते ने निंदा कहा करो संसारा, निंदक का प्रगट पहारा। निंदक सोध साध विचारिया, कहो रविदास पापी नरक सिधारिया। ये दुनिया के लोगों तुसी क्यों निंदा करते हो? भाव निंदा ना करो। निंदा
कहा, कहाँ नहीं कहना, बिंदी नहीं लानी संगत जी। कहा करो संसारा, कहा मीन्स क्यों करते हो निंदा तुसी। निंदक का प्रगट पाहारा, निंदक दी ये ठगी दी हट्टी जिहड़ी है उगड़ पैंदी है, निंदा करन दी ठगी दी हट्टी उगड़ पैंदी है। इस करके ना करो। एक वचन ना निंदा के संबंध विच भाई गुरदास जी ने भी किया, मैनूं बड़ा वधिया लगता है। पंजाबी वारां तो कहते हैं, वो निंदक पर निंद हो हट मूल ना हट है, पर कवित विच 3 एग्जाम्पल देंदे ने। जैसे नैन बैन पंख सुंदर सरबंग मोर, ताके पग और देख दोख ना विचारिए। संदल सुगंध अत कोमल कमल, जैसे कंटक बलोक नाहे अवगन और धारिय। जैसे अमृत फल मिष्ट गुनात स्वाद, बीज करवाई कै बुराई ना संभारिय। तैसे गुर ज्ञान दान सब हूँ ते मांग लीजै। बंदना सकल भूत निंदा ना तुकारिय। निंदा नहीं करनी चाहिए। 3 उदाहरण किहड़ियां ने जरा समझियो। भाई साहब कहते ने भी वेखो, मोर बड़ा सुंदर पंछी है। नैन बैन पंख, अखां बोली ते खंभ। जैसे नैन बैन पंख सुंदर सरबंग मोर, मोर दे सारे ही अंग सोहणे ने पैरां नूं छड्ड के, पैरां नूं छड्ड के। पर निंदक की कहंदा, कहंदा मैं की लैणा इहदे खंभां तो, इहदी कलगी तो, इहदियां अखां तो, इहदी सोहणी मिठी बोली तो। गंदे जे पैर ने इहदे, निंदा करदा। 4-8 गुण नहीं दिसदे, एक अवगुण दिसदा। संदल सुगंध अत कोमल कमल, जैसे चंदन दा रुख दवाइयां बनदियां, खुशबू वंडदा, लोकी मत्थे ते लेप करदे, ठंड पैंदी, बहुत गुणकारी है, महंगा है, चंगा है। कोई भी चंदन होए रहे बसे जो, ये भी गुण है। पर जिन्हें निंदा करनी वो कहता भी इनू सप्पा ने क्यों लपेटिया होंदा, कमलिया सप्पा ने तां लपेटिया होंदा है, जहर तकलीफ दिंदा है, और जदों उहदे नाल लपेटा मारदे उन्होंने ठंड मिलती है, वो चले जाते हैं। इहदे चंदन का की कसूर है? चंदन की लकड़ का तो कोई गुनाह नहीं ना। जे चंदन की लकड़ नूं सप्पा ने लपेटिया है तो इसकी आलोचना ना करे, इहदे विच ये बेकसूर है, गिल्टी नहीं है। अमृत फल मिष्ट गुणाद स्वाद अंब, अमृत फल मैंने अंब। संगत जी इस फल की महानता इस गल तो भी है भी तुसी ना कणक की थां ते बाजरा, क्षमा करना, बदाम लिया के ना चक्की ते मन बदाम रख दे भी आटा पी दे, जो पी दे ओदी रोटी बनाओ, बुरकी मूँह च पाओ, तो फिर वो बुरकी कहो भी बाहर कट ते दोबारा इनू मूँह च पा दो, कहेगा भी इनू हुण दोबारा किवें मूँह च पावां। अंब नूं तुसीं 50 वार मूँह च पा के 50 वार कट के फिर पा लैंदे, कदी विचार नहीं इस पासे गई, कोई गुरेज नहीं, कोई घृणा नहीं होंदी मन दे विच। कैसा फल है? दुनिया का कोई पदार्थ तुसीं मूँह च पा के बाहर कट के दोबारा मूँह च नहीं पा सकते, घृणा आवेगी। अंब चूपन लग्या कोई घृणा नहीं, गन्ना चूपन लग्या कोई घृणा नहीं। बड़ा वधिया फल है, मिठा है, गुणादी है, स्वादी है, पर जिहड़ा आलोचक है वह कहता भी इसकी गुठली बड़ी कड़वी हुंदी है। अमृत फल मिष्ट गुणात स्वाद, बीज करवाई कै बुराई ना संभारिए। तैसे गुर ज्ञान दान, गुरु दे ज्ञान रूपी दान, चंगा गुण, सब हूं ते मांग, मंग के लीजै, लै लेना चाहिए। बंदना सकल भूत, अपने तो उम्र करके गुण करके जिहड़े वड्डे ने उन्हां सारियां नूं नमस्कार करो, निंदिया ना करो। समुचे शब्द विच निंदा दे अवगण तो सानू विवर्जित किया गया है। गुरु कृपा करे असी केवल गल्लां करन ते गल्लां सुन तक ही सीमित ना रहिए। अरदास करिए महाराज साडे जीवन विच गुरबाणी बणी है, असी गुरबाणी बणी है मीन गुरबाणी अनुसार जीवन बना लईए।
शब्द दी टर्म में पढ़िए गुणिए नाम सब सुनिए, अन पाओ भाओ ना दरसै। पर क्योंकि कल फग्गण दी संगरांद भी है, परंपरा अनुसार फाल्गुन आनंद उपार जना हर सज्जन प्रगटे। और क्योंकि ये संगत जी 12 माह के सरलेख हेठ 14 पौड़ियां ने, पहली मंगलाचरण वजों है, 12 महीनों दियां 12 पौड़ियां ने, ते फिर अखीरली पौड़ी में फलादेश है, जिन जिन नाम ते आया तिन के। तो परंपरा यह है भी फाल्गुन के महीने के नाल ही फिर जिन जिन नाम ते आया की भी विचार हो जाती है। तो गुरु कृपा करे